ਹੈਲੋ एवरीवन ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗਵਰਨਮੈਂਟ ਨੇ ਅਸਿਸਟੈਂਟ ਸੁਪਰਿੰਟੈਂਡੈਂਟ ਜੇਲਸ ਦੀਆਂ ਨੌਕਰੀਆਂ ਅਨਾਉਂਸ ਕੀਤੀਆਂ। ਕਾਫੀ ਸਾਰੇ ਬੱਚਿਆਂ ਦੇ ਫੋਨ ਆ ਰਹੇ ਸੀਗੇ ਕਿ ਫਾਰਮ ਭਰਨ 'ਚ ਦਿੱਕਤ ਆ ਰਹੀ ਹੈ, ਕੁਝ ਡਾਊਟਸ ਵਗੈਰਾ ਆ ਰਹੇ ਹੈ ਕੈਟੇਗਰੀ ਰਿਲੇਟਡ, ਏਜ ਰਿਲੇਟਡ, ਕ੍ਰਾਈਟੀਰੀਆ ਰਿਲੇਟਡ। ਤਾਂ ਇਹ ਵੀਡੀਓ ਉਸੇ ਹੀ ਕੰਟੈਕਸਟ 'ਚ ਇੱਕ ਤਾਂ ਤੁਹਾਨੂੰ ਫਾਰਮ ਭਰਨ 'ਚ ਅਸੀਂ ਗਾਈਡ ਕਰ ਦਾਂਗੇ, ਦੂਸਰਾ ਜਿਹੜੇ ਵੀ ਥੋੜ੍ਹੇ ਬਹੁਤ ਕਾਮਨ ਡਾਊਟਸ ਹਜੇ ਤੱਕ ਸਾਨੂੰ ਫੋਨ 'ਤੇ ਅਸੀਂ ਰਿਸੀਵ ਕੀਤੇ ਹੈ, ਵਟਸਐਪ 'ਤੇ ਰਿਸੀਵ ਕੀਤੇ ਹੈ, ਉਹ ਡਾਊਟਸ ਵੀ ਕਲੀਅਰ ਕਰ ਦਾਂਗੇ। ਪਹਿਲਾਂ ਤਾਂ ਕੁਛ ਇੱਕ ਦੋ ਚੀਜ਼ਾਂ ਆਪਾਂ ਨੋਟਿਸ ਕਰੀਏ ਇਸ ਬਾਰੇ। ਡਿਫਰੈਂਟ ਕੈਟੇਗਰੀਜ਼ ਜਿਹੜੀਆਂ ਹੈਗੀਆਂ ਫਾਰਮ 'ਚ ਆਪਾਂ ਭਰ ਸਕਦੇ ਹਾਂ। ਜਨਰਲ ਕੈਟੇਗਰੀ, SC ਕੈਟੇਗਰੀ, ਰਾਮਦਾਸੀਆ ਐਂਡ ਅਦਰਸ, ਮਜਬੀ ਸਿੱਖਸ ਐਂਡ ਅਦਰਸ, BC ਬੈਕਵਰਡ ਕਾਸਟ, ESM ਐਕਸ ਸਰਵਿਸਮੈਨ ਕੈਟੇਗਰੀਜ਼ ਕਾਫੀ ਸਾਰੀਆਂ ਹੈਗੀਆਂ। ਜਨਰਲ, SC, BC, ਦੈਨ ਸੈਲਫ ਐਂਡ ਡਿਪੈਂਡੈਂਟ। ਜਿਹੜੀ ਵੀ ਐਪਰੋਪਰੀਏਟ ਕੈਟੇਗਰੀ ਤੁਹਾਡੀ ਬਣਦੀ ਹੈ, ਇੱਧਰ ਕੋਡ ਦਿੱਤਾ ਹੋਇਆ, ਤੁਸੀਂ ਆਪਣੀ ਕੈਟੇਗਰੀ ਚੂਜ਼ ਕਰਨੀ ਹੈ ਫਾਰਮ ਭਰਦੇ ਹੋਏ। ਫਰੀडम ਫਾਈਟਰ ਕੈਟੇਗਰੀ ਹੈਗੀ ਹੈ, ਸਪੋਰਟਸ ਕੈਟੇਗਰੀ ਹੈਗੀ ਹੈ, ਇਕਨੋਮਿਕਲੀ ਵੀਕਰ ਸੈਕਸ਼ਨ ਕੈਟੇਗਰੀ ਹੈਗੀ ਹੈ। ਦੈਨ ਏਜ ਲਿਮਿਟ ਰਿਗਾਰਡਿੰਗ ਕਾਫੀ ਡਾਊਟਸ ਵਗੈਰਾ ਆ ਰਹੇ ਆ, ਕਾਫੀ ਬੱਚੇ ਪੁੱਛ ਰਹੇ ਕਿ ਇਹਦੀ ਏਜ ਲਿਮਿਟ ਕੀ ਹੈ। ਹੁਣ ਕਿਉਂਕਿ ਪੁਲਿਸ ਜਾਂ ਜੇਲਸ ਵਾਲੀ ਸਾਈਡ ਦੀ ਜੋਬ ਹੈ ਤਾਂ ਇਹਦੀ ਏਜ ਲਿਮਿਟ ਨੋਰਮਲ ਐਗਜ਼ਾਮਸ ਨਾਲੋਂ ਥੋੜ੍ਹੀ ਜਿਹੀ ਡਿਫਰੈਂਟ ਹੈ। ਨੋਰਮਲੀ ਆਪਾਂ 35 ਜਾਂ 37 ਸਾਲ ਏਜ ਹੁੰਦੀ ਹੈ, ਇਸ ਕੇਸ 'ਚ ਏਜ ਲਿਮਿਟ ਜਿਹੜੀ ਹੈਗੀ ਹੈ 21 ਈਅਰਸ ਤੋਂ ਲੈ ਕੇ 27 ਤੱਕ ਹੈ। ਦਿਸ ਇਜ਼ ਦੀ ਨੋਰਮਲ ਏਜ ਲਿਮਿਟ ਫॉर ਦੀ ਜਨਰਲ ਕੈਟੇਗਰੀ ਕੈਂਡੀਡੇਟ। ਹੁਣ ਇਸ 'ਚ ਵੀ ਜਿਵੇਂ ਅੱਜ ਹੀ ਮੈਨੂੰ ਇੱਕ ਬੱਚੇ ਦਾ ਕਾਲ ਆਇਆ ਸੀਗਾ, ਉਹ ਕਹਿ ਰਿਹਾ ਸੀ ਕਿ ਮੈਂ 27 ਈਅਰਸ ਦਾ ਕਿ ਮੈਂ ਫਾਰਮ ਨਹੀਂ ਭਰ ਸਕਦਾ। ਹੁਣ ਉਹਦਾ ਬਰਥਡੇ ਸੀਗਾ ਮਾਰਚ ਮਹੀਨੇ ਦਾ, ਤਾਂ ਏਜ ਜਿਹੜੀ ਆਪਾਂ ਕੈਲਕੂਲੇਟ ਕਰਨੀ ਹੈ ਉਹ 1 ਜਨਵਰੀ 2020 ਨੂੰ ਕੈਲਕੂਲੇਟ ਕਰਨੀ ਹੈ। ਜੇ 1 ਜਨਵਰੀ ਨੂੰ ਤੁਸੀਂ 27 ਈਅਰਸ ਦੇ ਕੰਪਲੀਟ ਹੋ ਚੁੱਕੇ ਹੋ ਆਲਰੇਡੀ ਤਾਂ ਤੁਸੀਂ ਐਲੀਜੀਬਲ ਨਹੀਂ ਹੈਗੇ। ਜੇ ਤੁਸੀਂ ਹਜੇ ਲੈ ਕੇ 1 ਜਨਵਰੀ ਤੋਂ ਬਾਅਦ ਇਸ ਪੂਰੇ ਸਾਲ ਨਵੰਬਰ ਤੱਕ ਤੁਹਾਡਾ ਕਦੇ ਵੀ ਬਰਥਡੇ ਆਇਆ ਹੈ, ਤੁਸੀਂ ਆਲਰੇਡੀ ਯੂ ਆਰ ਆਲਰੇਡੀ 27, ਤਾਂ ਜੂਨ ਮਹੀਨੇ 'ਚ ਬਰਥਡੇ ਹੈ ਜੀ ਮੇਰਾ, ਤਾਂ ਮੈਂ 27 ਦਾ ਹੋ ਗਿਆ ਇਸ ਸਾਲ। ਪਰ 1 ਜਨਵਰੀ 2020 ਨੂੰ ਮੈਂ ਹਜੇ 27 ਸਾਲ ਦਾ ਨਹੀਂ ਸੀਗਾ, ਉਦੋਂ ਮੈਂ 26 ਸਾਲ ਦਾ ਸੀਗਾ, ਤਾਂ ਮੈਂ ਐਲੀਜੀਬਲ ਹਾਂ ਇਸ ਪੇਪਰ ਲਈ, ਫਾਰਮ ਭਰਨ ਲਈ। ਹੁਣ ਇਹ ਤਾਂ ਗੱਲ ਹੋ ਗਈ ਜਨਰਲ ਕੈਟੇਗਰੀ ਦੀ। ਬਾਕੀ ਨੋਰਮਲ ਜਿਹੜੀਆਂ ਰਿਲੈਕਸੇਸ਼ਨਸ ਵਗੈਰਾ ਹੈਗੀਆਂ ਉਹ ਤਾਂ ਇੱਥੇ ਵੀ ਅਪਲਾਈ ਹੁੰਦੀਆਂ ਏਜ ਲਿਮਿਟ ਦੇ ਕੇਸ 'ਚ। ਜਿਵੇਂ ਕਿ SC ਕੈਟੇਗਰੀ ਕੈਂਡੀਡੇਟਸ ਲਈ 5 ਈਅਰਸ ਦੀ ਰਿਲੈਕਸੇਸ਼ਨ ਹੈ, ਉਹਨਾਂ ਲਈ ਅਪਰ ਲਿਮਿਟ ਹੈਗੀ ਹੈ 32 ਈਅਰਸ ਦੀ। ਹੁਣ ਇਸੇ ਤਰ੍ਹਾਂ ਸਰਕਾਰੀ ਨੌਕਰੀ 'ਚ ਜਿਹੜੇ ਹੈਗੇ ਆ ਆਲਰੇਡੀ ਪੰਜਾਬ ਗਵਰਨਮੈਂਟ 'ਚ ਜੋਬ ਕਰ ਰਹੇ ਆ, ਹੋਰ ਕਿਸੇ ਸਟੇਟ ਗਵਰਨਮੈਂਟ 'ਚ ਜੋਬ ਕਰ ਰਹੇ ਆ ਜਾਂ ਸੈਂਟਰਲ ਗਵਰਨਮੈਂਟ ਦੇ ਇੰਪਲੋਈਜ਼ ਹੈ, ਜੇ ਘੱਟੋ ਘੱਟ ਉਹਨਾਂ ਦੀ 5 ਸਾਲ ਦੀ ਸਰਵਿਸ ਹੈਗੀ ਹੈ, 5 ਸਾਲ ਤੋਂ ਘੱਟ ਜਿਨ੍ਹਾਂ ਦੀ ਸੇਵਾ ਨਾ ਹੋਵੇ, ਉਹਨਾਂ ਲਈ ਜਿਹੜੀ ਅਪਰ ਲਿਮਿਟ ਹੈਗੀ ਆ ਉਹ 35 ਈਅਰਸ ਦੀ ਹੈ। ਸੋ ਗਵਰਨਮੈਂਟ ਇੰਪਲੋਈਜ਼ ਜੇ ਅਪਲਾਈ ਕਰਨਾ ਚਾਹੁੰਦੇ ਆ ਇਸ ਪੋਸਟ ਦੀ ਆਲਰੇਡੀ ਜੋ ਸਰਵਿਸ 'ਚ ਹੈ, ਦੈਨ ਉਹਨਾਂ ਦੀ ਐਟਲੀਸਟ 5 ਈਅਰਸ ਦੀ ਸਰਵਿਸ ਹੈਗੀ ਹੈ, ਤਾਂ ਉਹਨਾਂ ਲਈ ਜਿਹੜੀ ਅਪਰ ਏਜ ਲਿਮਿਟ ਹੈ ਉਹ 35 ਈਅਰਸ ਹੋਊਗੀ। ਇਹ ਰਿਲੈਕਸੇਸ਼ਨ ਹੈ। ਦੈਨ ਐਕਸ ਸਰਵਿਸਮੈਨ ਦੀ ਆਪਾਂ ਦੇਖੀਆਂ ਸੀ ਕਾਫੀ ਸਾਰੀ ਕੈਟੇਗਰੀਜ਼ ਹੈਗੀਆਂ, ਉਹਨਾਂ ਦੀ ਏਜ ਰਿਲੈਕਸੇਸ਼ਨਸ ਕਿਸ ਹਿਸਾਬ ਨਾਲ ਕਾਊਂਟ ਹੁੰਦੀ ਹੈ। ਪਹਿਲਾਂ ਤਾਂ ਕਹਿੰਦੇ ਜਿੰਨੇ ਵੀ ਤੁਸੀਂ ਆਰਮਡ ਫੋਰਸਿਸ 'ਚ, ਡਿਫੈਂਸ ਫੋਰਸਿਸ 'ਚ ਜਿਹੜੀ ਤੁਹਾਡੀ ਸਰਵਿਸ ਦਾ ਟੈਨਿਓਰ ਰਿਹਾ ਹੈ, ਉਹ ਸਾਰਾ ਟਾਈਮ ਪੀਰੀਅਡ ਤੁਹਾਡੀ ਏਜ 'ਚੋਂ ਸਬਟਰੈਕਟ ਕਰ ਦਾਂਗੇ। ਮੰਨ ਲਓ ਮੇਰੀ 12 ਸਾਲ ਦੀ ਸਰਵਿਸ ਹੈ, ਏਜ ਹੈ ਮੇਰੀ 37, ਤਾਂ ਮੇਰੀ ਏਜ 37 ਚੋਂ 12 ਸਾਲ ਮੇਰੇ ਸਰਵਿਸ ਦੇ ਕੱਢ ਦਿਓ, ਪਿੱਛੇ ਕਿੰਨੇ ਬਚੇ 25 ਸਾਲ। ਹੁਣ 25 ਸਾਲ ਮੈਂ ਐਲੀਜੀਬਲ ਹੈ ਕਿ ਨਹੀਂ ਹੈ ਨੋਰਮਲ ਕੈਟੇਗਰੀ, ਮੰਨ ਲਓ ਜਨਰਲ ਕੈਟੇਗਰੀ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ 25 ਈਅਰਸ ਤਾਂ ਵੈਲ ਵਿਦਿਨ ਦੀ ਏਜ ਲਿਮਿਟ ਹੈ। ਤਾਂ ਐਕਸ ਸਰਵਿਸਮੈਨ ਕੈਟੇਗਰੀ ਲਈ ਕੀ ਹੈ ਕਿ ਜਿੰਨੀ ਉਹਨਾਂ ਦੀ ਆਰਮਡ ਫੋਰਸਿਸ 'ਚ ਸਰਵਿਸ ਦਾ ਟੈਨਿਓਰ ਰਿਹਾ ਹਜੇ ਤੱਕ, ਉਸ ਏਜ ਨੂੰ, ਉਸ ਟਾਈਮ ਪੀਰੀਅਡ ਨੂੰ ਏਜ 'ਚੋਂ ਸਬਟਰੈਕਟ ਕਰ ਦਿੰਦਾ। ਜਿੰਨੀ ਪਿੱਛੇ ਏਜ ਬਚੀ ਉਸ ਏਜ ਦੇ ਹਿਸਾਬ ਨਾਲ ਮੈਂ ਆਪਣੇ ਏਜ ਲਿਮਿਟ ਵਾਲੇ ਕ੍ਰਾਈਟੀਰੀਆ ਨੂੰ ਸੈਟਿਸਫਾਈ ਕਰਨਾ ਚਾਹੀਦਾ, ਤਾਂ ਮੈਂ ਐਲੀਜੀਬਲ ਹੈ। ਇਹ ਤਾਂ ਏਜ ਲਿਮਿਟ ਦੀ ਗੱਲ ਹੋ ਗਈ। ਦੈਨ ਫਿਜ਼ੀਕਲ ਕ੍ਰਾਈਟੀਰੀਆ ਕੀ ਹੈ, ਕੁਝ ਮਿਨੀਮਮ ਕ੍ਰਾਈਟੀਰੀਆ ਉਹਨਾਂ ਨੇ ਪ੍ਰਸਕ੍ਰਾਈਬ ਕੀਤਾ ਹੋਇਆ ਇਸ ਪੋਸਟ ਲਈ। ਮੇਲ ਕੈਂਡੀਡੇਟਸ ਲਈ ਹਾਈਟ ਦੀ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ 5 ਫੀਟ 7 ਇੰਚਜ਼ ਹੈ, 5 ਫੁੱਟ 7 ਇੰਚ ਮਿਨੀਮਮ ਹਾਈਟ ਹੋਣੀ ਚਾਹੀਦੀ ਹੈ। ਡੋਗਰਾਜ਼ ਐਂਡ ਗੁਰਖਾ ਕੈਂਡੀਡੇਟਸ ਲਈ ਅਗੇਨ 2 ਇੰਚਜ਼ ਦੀ ਰਿਸਟ੍ਰਿਕਸ਼ਨ ਹੈ, 5 ਫੁੱਟ 5 ਇੰਚ ਵੀ ਚੱਲੂਗਾ। ਚੈਸਟ ਮੈਜਰਮੈਂਟ ਅਨਐਕਸਪੈਂਡਡ ਬਿਲਕੁਲ ਨੋਰਮਲ ਪੋਜੀਸ਼ਨ 'ਚ 33 ਇੰਚਜ਼ ਦੀ ਹੋਣੀ ਚਾਹੀਦੀ ਹੈ, ਅਤੇ ਛਾਤੀ ਫੁਲਾ ਕੇ 34.5 ਇੰਚਜ਼ ਦੀ ਮਿਨੀਮਮ ਚੈਸਟ ਮੈਜਰਮੈਂਟ ਹੋਣੀ ਚਾਹੀਦੀ ਹੈ। ਫੀਮੇਲ ਕੈਂਡੀਡੇਟਸ ਲਈ ਜਿਹੜਾ ਹਾਈਟ ਕ੍ਰਾਈਟੀਰੀਆ ਉਹ ਥੋੜ੍ਹਾ ਰਿਲੈਕਸਡ ਹੈ, 5 ਫੁੱਟ 3 ਇੰਚ, 5 ਫੀਟ 3 ਇੰਚਜ਼ ਇਜ਼ ਦੀ ਮਿਨੀਮਮ ਹਾਈਟ ਕ੍ਰਾਈਟੀਰੀਆ ਫॉर ਦੀ ਫੀਮੇਲ ਕੈਂਡੀਡੇਟਸ। ਹੁਣ ਇਸ 'ਚ ਵੀ ਕਾਫੀ ਲਾਈਕ ਫੀਮੇਲ ਕੈਂਡੀਡੇਟਸ ਦੇ ਵੀ ਫੋਨ ਆ ਰਹੇ, ਫੀਮੇਲ ਸਟੂਡੈਂਟਸ ਦੇ ਕਾਲ ਆ ਰਹੇ ਹੈ ਕਿ ਏਜ ਲਿਮਿਟ ਹਾਈਟ ਕਿੰਨੀ ਹੈ ਸਾਡੀ, ਸੈਟਿਸਫਾਈ
ਸੈਟੀਸਫਾਈ ਨਹੀਂ ਹੋ ਰਹੀ, ਫਾਰਮ ਭਰੀਏ ਕਿ ਨਾ ਭਰੀਏ। ਬੱਚੇ ਜੇ ਇਸ ਤੋਂ ਹਾਈਟ ਘੱਟ ਹੈ ਤਾਂ ਇਹ ਫਾਰਮ ਤੁਸੀਂ ਨਾ ਭਰੋ, ਕਿਉਂਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਹੀ ਆਪਾਂ ਸੈਟੀਸਫਾਈ ਨਹੀਂ ਕਰਦੇ। ਉਹਨਾਂ ਨੇ ਐਲੀਜੀਬਿਲਿਟੀ 'ਚ ਹੀ ਮੈਂਸ਼ਨ ਕੀਤਾ ਹੋਇਆ ਮਿਨੀਮਮ ਇਹ ਰਿਕੁਆਇਰਮੈਂਟ ਹੈ ਹਾਈਟ ਦੀ, ਜੇ ਆਪਾਂ ਸੈਟੀਸਫਾਈ ਕਰਦੇ ਹਾਂ ਤਾਂ ਆਪਾਂ ਫਾਰਮ ਭਰੀਏ। ਦੈਨ ਫੀਮੇਲ ਕੈਂਡੀਡੇਟਸ ਲਈ ਵੇਟ ਦਾ ਵੀ ਕ੍ਰਾਈਟੇਰੀਆ ਮਿਨੀਮਮ 50 kg ਵੇਟ ਹੋਣਾ ਚਾਹੀਦਾ ਤਾਂ ਹੀ ਤੁਸੀਂ ਇਸ ਜੋਬ ਲਈ ਐਲੀਜੀਬਲ ਹੋ। ਐਂਡ ਬਾਕੀ ਕੁਛ ਫਿਜ਼ੀਕਲ ਟੈਸਟ ਵਗੈਰਾ ਵੀ ਉਹ ਲੈਣਗੇ, ਮੈਜਰਮੈਂਟਸ ਵਗੈਰਾ ਲਈ ਟੈਸਟ ਵਗੈਰਾ ਲੈਣਗੇ ਐਂਡ ਉਸ ਦੇ ਬੇਸਿਸ 'ਤੇ ਐਲੀਜੀਬਿਲਿਟੀ ਕੈਲਕੂਲੇਟ ਕੀਤੀ ਜਾਊਗੀ। ਫਿਰ ਫਿਜ਼ੀਕਲ ਟੈਸਟ 'ਚ ਕੀ ਕ੍ਰਾਈਟੇਰੀਆ ਆਪਾਂ ਸੈਟੀਸਫਾਈ ਕਰਨੇ ਆ, ਕਿਹਦੇ ਬੇਸਿਸ 'ਤੇ ਸਿਲੈਕਸ਼ਨ ਹੋਊਗੀ। ਡਿਸਕੁਆਲੀਫਿਕੇਸ਼ਨ ਤੋਂ ਆਪਾਂ ਬਚ ਸਕਦੇ ਹਾਂ, ਮੈਨੂੰ ਬੈਟਰ ਕਹਿਣਾ ਚਾਹੀਦਾ। 100 ਮੀਟਰਸ ਰਨ ਕਰਵਾਈ ਜਾਊਗੀ ਕੈਂਡੀਡੇਟਸ ਦੇ ਵਿੱਚ, ਮੈਕਸਿਮਮ 15 ਸੈਕਿੰਡਸ 'ਚ ਆਪਾਂ ਇਹ ਰਨ ਕੰਪਲੀਟ ਕਰਨੀ ਹੈ। 100 ਮੀਟਰ ਸਪ੍ਰਿੰਟ ਹੈ, 15 ਸੈਕਿੰਡਸ 'ਚ ਇੱਕ ਹੀ ਚਾਂਸ ਮਿਲੂਗਾ, ਓਨਲੀ 1 ਚਾਂਸ, ਇਹ ਆਪਾਂ ਰਨ ਕੰਪਲੀਟ ਕਰਨੀ ਹੈ। ਸ਼ਾਰਟ ਪੁੱਟ ਥਰੋ ਕਰਵਾ ਕੇ ਦੇਖਣਗੇ, 7.26 kg ਦੀ ਬੋਲ ਹੋਊਗੀ, ਉਹ ਆਪਾਂ ਥਰੋ ਕਰਨੀ ਹੈ ਐਂਡ ਐਟਲੀਸਟ 5.5 ਮੀਟਰਸ ਡਿਸਟੈਂਸ ਤੇ ਉਹ ਗਿਰਨੀ ਚਾਹੀਦੀ ਹੈ। 3 ਚਾਂਸਿਸ ਮਿਲਣਗੇ ਇਹਦੇ ਲਈ। ਰੋਪ ਕਲਾਈੰਬਿੰਗ ਮਿਨੀਮਮ 15 ਫੁੱਟ ਰੋਪ ਕਲਾਈਂਬ ਕਰਨੀ ਹੈ, 3 ਚਾਂਸਿਸ ਮਿਲਣਗੇ ਇਹਦੇ ਲਈ ਵੀ। ਇਹੀ 3 ਜਿਹੜੇ ਟੈਸਟ ਹੈਗੇ ਆ ਫੀਮੇਲ ਕੈਂਡੀਡੇਟਸ ਲਈ ਵੀ ਹੋਣਗੇ, ਬਟ ਉਹਦੇ ਕ੍ਰਾਈਟੇਰੀਆ ਜਿਹੜੇ ਹੈਗੇ ਉਹ ਥੋੜੇ ਰਿਲੈਕਸਡ ਹੈ। 18.5 ਸੈਕਿੰਡਸ ਹੈ, 4 ਮੀਟਰਸ ਹੈ ਐਂਡ ਇੱਥੇ 12 ਫੀਟ ਹੈ। ਹੁਣ ਇਹ ਤਾਂ ਬੇਸਿਕ ਜਿਹੜੀ ਹੋ ਗਈ ਆਪਣੀ ਗੱਲ ਐਲੀਜੀਬਿਲਿਟੀ ਰਿਲੇਟਡ, ਏਜ ਰਿਲੇਟਡ, ਹਾਈਟ ਰਿਲੇਟਡ, ਫਿਜ਼ੀਕਲ ਟੈਸਟ ਵਗੈਰਾ ਰਿਲੇਟਡ। ਹੁਣ ਆਪਾਂ ਇੱਕ ਕੰਮ ਕਰਾਂਗੇ, ਆਪਾਂ ਇੱਕ ਵਾਰੀ ਫਾਰਮ ਗੋ ਥਰੂ ਕਰ ਲੈਂਦੇ ਹਾਂ ਕਿ ਕੀ ਆਪਾਂ ਨੂੰ ਰਿਕੁਆਇਰਡ ਹੈ, ਕੀ ਐਂਟਰੀਜ਼ ਵਗੈਰਾ ਆਪਾਂ ਭਰਨੀਆਂ ਹੁੰਦੀਆਂ। ਤਾਂ ਇਹ ਆਪਾਂ ਸਭ ਤੋਂ ਪਹਿਲਾਂ ਫਾਰਮ ਭਰਨ ਲਈ PSSB ਦੀ ਸਾਈਟ 'ਤੇ ਜਾਣਾ ਹੈ। ਸਬੋਰਡੀਨੇਟ ਸਰਵਿਸਿਜ਼ ਕਮਿਸ਼ਨ, ਜਿਹੜੀ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਆਫ ਪੰਜਾਬ ਗਵਰਨਮੈਂਟ, ਇਹਦੀ ਆਪਾਂ ਵੈਬਸਾਈਟ 'ਤੇ ਜਾਣਾ ਹੈ। ਇੱਥੇ ਔਨਲਾਈਨ ਐਪਲੀਕੇਸ਼ਨ ਉੱਪਰ ਬਿਲਕੁਲ ਟੌਪ 'ਤੇ ਲਿਖਿਆ ਹੋਇਆ, ਇਹ ਆਪਾਂ ਕਲਿੱਕ ਕਰਨਾ ਹੈ। ਨੀਚੇ ਖੁੱਲ ਜਾਣਗੀਆਂ ਜਿਹੜੀਆਂ ਔਨਲਾਈਨ ਐਪਲੀਕੇਸ਼ਨਸ ਹਜੇ ਜਿਨ੍ਹਾਂ ਲਈ ਆਪਾਂ ਅਪਲਾਈ ਕਰ ਸਕਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ 16 ਨਵੰਬਰ ਨੂੰ ਇਹ ਜਿਹੜੀ ਜੋਬ ਆਈ ਸੀ ਅਸਿਸਟੈਂਟ ਸੁਪਰਿੰਟੈਂਡੈਂਟ ਵਾਲੀ, ਉਹ ਹਜੇ ਓਪਨ ਹੈਗੀ ਆ। ਆਪਾਂ ਇੱਥੇ ਕਲਿੱਕ ਕਰਾਂਗੇ ਤਾਂ ਇੰਸਟਰਕਸ਼ਨਸ ਵਗੈਰਾ ਖੁੱਲ ਜਾਂਦੀਆਂ ਔਨਲਾਈਨ ਫਾਰਮ ਭਰਨ ਦਾ ਜਿਹੜਾ ਪ੍ਰੋਸੀਜਰ ਹੈ। ਇੱਕ ਵਾਰੀ ਤੁਸੀਂ ਸਾਰਿਆਂ ਨੇ ਇਹ ਇੰਸਟਰਕਸ਼ਨਸ ਬਹੁਤ ਹੀ ਆਰਾਮ ਨਾਲ, ਪਿਆਰ ਨਾਲ, ਡਿਟੇਲ 'ਚ ਪੜ੍ਹ ਲੈਣੀ ਹੈ ਐਂਡ ਜੋ ਚੀਜ਼ਾਂ ਇੰਸਟਰਕਸ਼ਨਸ 'ਚ ਲਿਖੀਆਂ ਹੋਈਆਂ ਤੁਸੀਂ ਪਹਿਲਾਂ ਆਪਣੇ ਕੋਲ ਰੱਖ ਲੈਣਾ। ਔਨਲਾਈਨ ਫਾਰਮ ਭਰਨ 'ਚ ਇਹੀ ਹੁੰਦਾ ਕਿ ਕਈ ਵਾਰੀ ਉਹ ਕਹਿੰਦੇ ਕਿ ਤੁਸੀਂ ਆਹ ਵਾਲਾ ਡਾਕੂਮੈਂਟ ਅਟੈਚ ਕਰੋ, ਉਹ ਡਾਕੂਮੈਂਟ ਅਟੈਚ ਕਰੋ, ਤੁਹਾਡੇ ਮਾਰਕਸ਼ੀਟ ਤੁਸੀਂ ਅਟੈਚ ਕੀਤੀ ਹੈ ਕਿ ਨਹੀਂ, ਕੈਟੇਗਰੀ ਸਰਟੀਫਿਕੇਟ ਅਟੈਚ ਕੀਤਾ ਕਿ ਨਹੀਂ। ਤਾਂ ਉਹ ਸਾਰੇ ਡਾਕੂਮੈਂਟਸ ਆਪਣੇ ਕੋਲ ਰੈਡੀਲੀ ਅਵੇਲੇਬਲ ਹੋਣੇ ਚਾਹੀਦੇ ਹੈ, ਤਾਂ ਆਪਣਾ ਫਾਰਮ ਜਲਦੀ ਭਰਿਆ ਜਾਂਦਾ। ਨਹੀਂ ਤਾਂ ਆਪਾਂ ਕਈ ਵਾਰੀ ਉੱਥੇ ਕਲਿੱਕ ਕਰ ਦਈਦਾ, ਫਿਰ ਆਪਣੇ ਕੋਲ ਡਾਕੂਮੈਂਟ ਹੁੰਦਾ ਨਹੀਂ, ਆਪਾਂ ਨੂੰ ਕੈਂਸਲ ਕਰਨਾ ਪੈਂਦਾ। ਤਾਂ ਇੱਕ ਵਾਰੀ ਆ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਤੁਸੀਂ ਸਾਰਿਆਂ ਨੇ ਪੜ੍ਹ ਲੈਣੀਆਂ। ਮੈਂ ਮੋਟੇ ਜਿਹੜੇ ਪੁਆਇੰਟਸ ਉਹ ਤੁਹਾਨੂੰ ਦੱਸ ਵੀ ਦਿੰਦਾ। ਆਪਾਂ ਨੂੰ ਚਾਹੀਦਾ ਕੀ ਹੈ, ਜਿਹੜਾ ਸਮਾਨ ਆਪਣੇ ਕੋਲ ਸੌਫਟ ਕਾਪੀ 'ਚ ਅਵੇਲੇਬਲ ਹੋਣਾ ਚਾਹੀਦਾ। ਸਕੈਨਡ ਕਾਪੀ ਆਫ ਪਾਸਪੋਰਟ ਸਾਈਜ਼ ਫੋਟੋ, 3 ਮਹੀਨੇ ਤੋਂ ਪੁਰਾਣੀ ਇੱਕ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਆਪਣੇ ਕੋਲ ਅਵੇਲੇਬਲ ਹੋਣੀ ਚਾਹੀਦੀ ਹੈ। ਆਪਣੇ ਸਿਗਨੇਚਰ ਉਹਦਾ ਵੀ ਕੁਛ ਹੋਣੇ ਚਾਹੀਦੇ ਆਪਣੇ ਕੋਲ ਸਾਈਨ ਕੀਤੇ ਹੋਏ। 10th ਸਟੈਂਡਰਡ ਦੀ ਪੰਜਾਬੀ ਦੀ ਮਾਰਕਸ਼ੀਟ, ਹੁਣ ਪੰਜਾਬੀ ਕੰਪਲਸਰੀ ਹੈ ਇਸ ਪੇਪਰ ਲਈ, 10th ਸਟੈਂਡਰਡ 'ਚ ਤੁਸੀਂ ਕੀਤੀ ਹੋਣੀ ਚਾਹੀਦੀ ਹੈ। ਉਹਦਾ ਸਰਟੀਫਿਕੇਟ ਤੁਹਾਡੇ ਕੋਲ ਡਿਜੀਟਲ ਫਾਰਮ 'ਚ ਅਵੇਲੇਬਲ ਹੋਣਾ ਚਾਹੀਦਾ। ਕੁਆਲੀਫਾਈਂਗ ਐਗਜ਼ਾਮ ਦੀ ਮਾਰਕਸ਼ੀਟ, ਗ੍ਰੈਜੂਏਸ਼ਨ ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਸ ਐਗਜ਼ਾਮ ਲਈ, ਤਾਂ ਗ੍ਰੈਜੂਏਸ਼ਨ ਦੀ ਮਾਰਕਸ਼ੀਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਕੈਟੇਗਰੀ ਸਰਟੀਫਿਕੇਟ ਇਫ ਐਪਲੀਕੇਬਲ, ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਸਿਰਫ ਰਿਜ਼ਰਵਡ ਕੈਟੇਗਰੀਜ਼ ਲਈ ਚਾਹੀਦਾ ਹੈਗਾ। ਇਹ ਸਾਰੇ ਇਹ ਚੀਜ਼ਾਂ ਜਿਹੜੀਆਂ ਮੈਂ ਹੁਣੇ ਤੁਹਾਨੂੰ ਦੱਸੀਆਂ ਤੁਹਾਨੂੰ ਰਿਕੁਆਇਰਡ ਹੋਣਗੀਆਂ, ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਫਾਰਮ ਭਰਨਾ ਜਦੋਂ ਤੁਸੀਂ ਸਟਾਰਟ ਕਰਨਾ ਹੈ। ਜਿਹੜਾ ਫਾਰਮੈਟ ਐਕਸੈਪਟ ਕਰ ਰਹੇ ਹੈ, ਕਹਿੰਦੇ ਫਾਰਮੈਟ ਸ਼ੁਡ ਓਨਲੀ ਬੀ JPG, PNG ਜਾਂ GIF। ਕਈ ਵਾਰੀ ਆਪਾਂ ਕੀ ਹੁੰਦਾ, ਜਿਵੇਂ ਮਾਰਕਸ਼ੀਟ ਵਗੈਰਾ ਹੁੰਦੀਆਂ ਆਪਣੇ ਕੋਲ PDF ਫਾਰਮੈਟ 'ਚ ਹੁੰਦੀਆਂ। ਇਹ ਕਹਿੰਦੇ ਆ ਕਿ ਜੀ ਜਿਹੜਾ ਫਾਰਮੈਟ ਹੈ ਸਿਰਫ JPG ਇਮੇਜ ਵਾਲਾ ਫਾਰਮੈਟ ਹੋਣਾ ਚਾਹੀਦਾ। JPG, PNG ਜਾਂ GIF ਫਾਰਮੈਟ 'ਚ ਇਹ ਡੇਟਾ ਐਕਸੈਪਟ ਕਰ ਰਹੇ ਆ। ਤਾਂ ਜੇ ਕਿਸੇ ਕੋਲ PDF ਪਹਿਲਾਂ ਪਿਆ ਹੋਇਆ ਤਾਂ ਔਨਲਾਈਨ ਕਨਵਰਟਰਸ ਤੋਂ ਤੁਸੀਂ ਉਹਨੂੰ ਪਹਿਲਾਂ JPG ਜਾਂ PNG 'ਚ ਕਨਵਰਟ ਕਰ ਲਓ ਆਪਣੀਆਂ ਮਾਰਕਸ਼ੀਟਸ ਵਗੈਰਾ। ਸਾਈਜ਼, ਜਿਹੜਾ ਇੰਡੀਵਿਜੂਅਲ ਫਾਈਲ ਦਾ ਸਾਈਜ਼ ਹੈ, ਇਟ ਸ਼ੁੱਡ ਬੀ ਅਪ ਟੂ 100 KB ਓਨਲੀ। 100 KB ਤੋਂ ਛੋਟਾ ਫਾਈਲ ਸਾਈਜ਼ ਹੋਣਾ ਚਾਹੀਦਾ, ਬਹੁਤ ਵੱਡੀ ਫਾਈਲ ਨਹੀਂ ਬਣਾਉਣੀ।
ਦੈਨ ਆਫ ਕੋਰਸ ਕੁਝ ਬੇਸਿਕ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਜਿਹੜਾ ਕੈਂਡੀਡੇਟ ਦਾ ਨਾਮ, ਫਾਦਰਸ ਨੇਮ, ਡੇਟ ਆਫ ਬਰਥ, ਇੱਕ ਵਾਰੀ ਜਿਹੜਾ ਤੁਸੀਂ ਫਾਰਮ ਤੇ ਭਰਤਾ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ ਬਾਅਦ ਚ। ਉਹਦਾ ਧਿਆਨ ਰੱਖਣਾ ਕਿ ਜਦੋਂ ਤੁਸੀਂ ਇੱਕ ਵਾਰੀ ਡਿਟੇਲਸ ਫਿਲ ਕਰੋ, ਪ੍ਰੋਪਰ ਜਿਹੜਾ ਤੁਹਾਡੇ ਕੋਲੇ ਡਾਕੂਮੈਂਟ ਪ੍ਰੂਫ ਹੈਗਾ 10th ਦਾ ਸਰਟੀਫਿਕੇਟ ਹੀ ਆਪਾਂ ਮੇਨ ਮੰਨਦੇ ਹਾਂ, ਉੱਥੇ ਜਿਹੜਾ ਨੇਮ ਲਿਖਿਆ ਹੋਇਆ, ਫਾਦਰਸ ਨੇਮ ਲਿਖਿਆ ਹੋਇਆ, ਡੇਟ ਆਫ ਬਰਥ ਲਿਖੀ ਹੋਈ ਹੈ, ਉਹੀ ਡਿਟੇਲਸ ਤੁਸੀਂ ਇਸ ਫਾਰਮ 'ਚ ਭਰੋ। ਕਈ ਵਾਰੀ ਕੁਝ ਡਿਸਕ੍ਰਿਪੈਂਸੀਜ਼ ਪਹਿਲਾਂ ਸਕੂਲ ਟਾਈਮ ਤੇ ਆ ਜਾਂਦੀਆਂ, ਉਹ ਤੁਸੀਂ ਡਿਸਕ੍ਰਿਪੈਂਸੀਜ਼ ਜਿਹੜੇ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਉਹ ਸਰਟੀਫਿਕੇਟ ਦੇ ਹਿਸਾਬ ਨਾਲ ਤੁਸੀਂ ਇਹ ਫਾਰਮ 'ਚ ਡਿਟੇਲਸ ਭਰਨੀ ਹੈ। ਫਿਰ ਇਹ ਜਿਹੜਾ ਫਾਰਮ ਹੈ ਆਪਾਂ ਲਾਈਕ ਸਟੈਪਸ 'ਚ ਭਰਨਾ, ਪਹਿਲਾਂ ਤੁਹਾਡੇ ਤੋਂ ਇਨਫੋਰਮੇਸ਼ਨ ਵਗੈਰਾ ਲੈ ਲੈਣਗੇ, ਫਿਰ ਜਿਹੜਾ ਫੀ ਭਰਨ ਦਾ ਪ੍ਰੋਸੀਜਰ ਹੈ ਉਹ ਥੋੜ੍ਹੇ ਲੈਗ ਤੋਂ ਬਾਅਦ ਆਉਂਦਾ ਹੈ। ਇੱਕ ਵਾਰੀ ਤੁਸੀਂ ਫਾਰਮ ਸਬਮਿਟ ਕਰਵਾ ਦੋਗੇ, 2 ਵਰਕਿੰਗ ਡੇਜ਼ ਦਾ ਟਾਈਮ ਦੋਗੇ, ਤੀਜੇ ਵਰਕਿੰਗ ਡੇ 'ਚ ਤੁਸੀਂ ਬੈਂਕ 'ਚ ਜਾ ਕੇ ਫੀ ਵਗੈਰਾ ਡਿਪੋਜ਼ਿਟ ਕਰਨੀ ਹੈ। ਲਾਈਕ ਅਦਰਵਾਈਜ਼ ਆਨਲਾਈਨ ਵੀ ਕੈਂਡੀਡੇਟ ਜਿਹੜਾ ਫੀ ਹੈ ਉਹ 3rd ਵਰਕਿੰਗ ਡੇ 'ਤੇ ਫਿਲ ਕਰ ਸਕਦਾ। ਫਿਰ ਜਿਹੜਾ ਜੇ ਫੀ ਡਿਪੋਜ਼ਿਟ ਨਹੀਂ ਕਰਦੀ, ਮੰਨ ਲਓ ਆਪਾਂ ਫਾਰਮ ਤਾਂ ਭਰਤਾ ਪਰ ਤੀਜੇ ਦਿਨ ਜਾ ਕੇ ਫੀ ਡਿਪੋਜ਼ਿਟ ਕਰਵਾਈ ਨਹੀਂ, ਤਾਂ ਉਸ ਐਪਲੀਕੇਸ਼ਨ ਨੂੰ ਕੰਪਲੀਟ ਐਪਲੀਕੇਸ਼ਨ ਨਹੀਂ ਮੰਨਿਆ ਜਾਂਦਾ, ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ। ਤਾਂ ਇਹ ਕੁਝ ਬੇਸਿਕ ਦੀਆਂ ਚੀਜ਼ਾਂ, ਇੰਸਟਰਕਸ਼ਨਸ ਹੈ, ਤੁਸੀਂ ਧਿਆਨ 'ਚ ਰੱਖਣੀਆਂ ਜਦੋਂ ਤੁਸੀਂ ਫਾਰਮ ਭਰਨਾ ਹੈ। ਇੱਥੇ ਅਪਲੋਡ ਫੋਟੋ, ਸਾਈਨ, ਜੋ ਵੀ ਪ੍ਰਿੰਟ ਐਪਲੀਕੇਸ਼ਨ, ਇਹ ਸਾਰੀਆਂ ਚੀਜ਼ਾਂ ਲਈ ਆਹ ਵਾਲਾ ਟੈਬ ਹੈ। ਆਪਾਂ ਨਿਊ ਕੈਂਡੀਡੇਟ ਦੀ ਰਜਿਸਟ੍ਰੇਸ਼ਨ ਕਿਵੇਂ ਹੋਊਗੀ ਉਹ ਦੇਖ ਲੈਂਦੇ ਹਾਂ। ਨਿਊ ਰਜਿਸਟ੍ਰੇਸ਼ਨ 'ਤੇ ਆਪਾਂ ਕਲਿੱਕ ਕਰਾਂਗੇ, ਪੌਪਅਪ ਆ ਜਾਂਦਾ ਵੀ ਪਲੀਜ਼ ਰੀਡ ਦੀ ਇਨਸਟਰਕਸ਼ਨ ਕੇਅਰਫੁਲੀ ਬਿਫੋਰ ਫਿਲਿੰਗ ਦੀ ਐਪਲੀਕੇਸ਼ਨ ਫਾਰਮ। ਇਹ ਇਨਸਟਰਕਸ਼ਨਸ ਆਪਾਂ ਪੜ੍ਹ ਲਈਆਂ ਹੋਈਆਂ। ਹੁਣ ਇੱਕ ਵਾਰੀ ਆਹ ਸਾਰੀਆਂ ਡਿਟੇਲਸ ਇਹਨਾਂ ਨੇ ਮੰਗੀਆਂ, ਇਹ ਫਾਰਮ ਆਪਾਂ ਫਿਲ ਕਰਾਂਗੇ ਤਾਂ ਅੱਗੇ ਆਪਾਂ ਪ੍ਰੋਸੀਡ ਕਰਾਂਗੇ। ਡਿਟੇਲਸ ਹੁਣ ਮੋਸਟਲੀ ਸਾਰੇ ਕੈਂਡੀਡੇਟਸ ਆਪਣੇ ਹਿਸਾਬ ਨਾਲ ਐਪਰੋਪਰੀਏਟਲੀ ਭਰ ਸਕਦੇ ਆ। ਆਪਾਂ ਫਿਰ ਵੀ ਇੱਕ ਰੈਂਡਮ ਜਿਹਾ ਦੇਖ ਲੈਂਦੇ ਹਾਂ, ਇੱਕ ਸੈਂਪਲ ਫਾਰਮ ਭਰ ਕੇ ਦੇਖ ਲੈਂਦੇ ਹਾਂ ਫॉर ਦੀ ਕਨਵੀਨੀਅੰਸ ਆਫ ਦੀ ਕੈਂਡੀਡੇਟਸ ਜਿਹੜੇ ਪਹਿਲੀ ਵਾਰੀ ਆਨਲਾਈਨ ਫਾਰਮ ਭਰ ਰਹੇ ਹੋਣਗੇ। ਐਪਲੀਕੈਂਟਸ ਨੇਮ, ਆਪਣਾ ਨਾਮ ਭਰਨਾ ਜੀ। ਇੱਥੇ ਲੈਟਸ ਸੇ ਕਿ ਰੈਂਡਮ ਆਪਾਂ ਨਾਮ ਭਰ ਰਹੇ ਹਾਂ, ਕੋਈ ਵੀ ਸਿਮਰ ਨਾਮ ਹੈ। ਫਾਦਰਸ ਨੇਮ, ਆਪਣਾ ਫਾਦਰਸ ਨੇਮ ਇੱਥੇ ਫਿਲ ਕਰਨਾ ਹੈ। ਮਨੂ ਸਿੰਘ ਹੈ ਜੀ ਫਾਦਰਸ ਨੇਮ। ਮਦਰਸ ਨੇਮ, gender of the candidate female, marital status ਮੈਰਿਡ ਹੈ ਜਾਂ ਅਨਮੈਰਿਡ ਹੈ। ਡੋਮਿਸਾਈਲ, ਹੁਣ ਤੁਸੀਂ ਪੰਜਾਬ ਡੋਮਿਸਾਈਲ ਹੋ ਜਾਂ ਬਾਹਰ ਦੇ ਡੋਮਿਸਾਈਲ ਹੋ, ਇਹ ਰਿਜ਼ਰਵਡ ਕੈਟੇਗਰੀ ਲਈ ਜ਼ਿਆਦਾ ਇੰਪੋਰਟੈਂਟ ਹੈ। ਅਦਰਵਾਈਜ਼ ਜਨਰਲ ਕੈਟੇਗਰੀਜ਼ ਲਈ ਡੋਮਿਸਾਈਲ ਇੰਨਾ ਮੈਟਰ ਨਹੀਂ ਕਰਦਾ ਇਸ ਪੇਪਰ 'ਚ। ਕੈਟੇਗਰੀ ਵਾਈਜ਼ ਥੋੜ੍ਹਾ ਜਿਹਾ ਡਿਫਰੈਂਸੀਏਸ਼ਨ ਹੈਗੀ ਹੈ। ਡੋਮਿਸਾਈਲ ਪੰਜਾਬ ਦਾ ਜਾਂ ਅਦਰ ਦਾ, ਮੰਨ ਲਓ ਪੰਜਾਬ ਦਾ ਆਪਾਂ ਫਿਲ ਕਰਤਾ, ਕੈਟੇਗਰੀ ਕਿਹੜੀ ਹੈ, ਜਨਰਲ ਕੈਟੇਗਰੀ। ਉਹ ਸਾਰੀਆਂ ਜਿਹੜੀਆਂ ਆਪਾਂ ਕੈਟੇਗਰੀਜ਼ ਪਹਿਲਾਂ ਦੇਖੀਆਂ ਸੀ ਆਲਰੇਡੀ ਕੈਟੇਗਰੀ ਕੋਡ ਨਾਲ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਤਾਂ ਆਪਾਂ ਕੋਈ ਵੀ ਕੈਟੇਗਰੀ ਰੈਂਡਮ, ਮੰਨ ਲਓ ਆਪਾਂ ਜਨਰਲ ਕੈਟੇਗਰੀ ਫਿਲ ਕਰਤੀ। ਨੈਸ਼ਨੈਲਿਟੀ, ਹੁਣ ਮੋਸਟਲੀ ਇਹ ਫਾਰਮ ਭਰ ਰਹੇ ਹਾਂ ਆਪਾਂ ਇੰਡੀਅਨ ਨੈਸ਼ਨੈਲਿਟੀ ਦੇ ਹੀ ਆਈ ਬਲੀਵ ਕੈਂਡੀਡੇਟਸ ਹੋਣਗੇ। ਡੇਟ ਆਫ ਬਰਥ ਕੋਈ ਵੀ ਰੈਂਡਮ ਆਪਾਂ ਇੱਥੋਂ ਸਿਲੈਕਟ ਕਰਨੀ ਆ। ਜਿਹੜਾ ਕੈਲੰਡਰ ਜਿਹਾ ਬਣਿਆ ਹੋਇਆ ਇਹਨੂੰ ਆਪਾਂ ਕਲਿੱਕ ਕਰਾਂਗੇ ਤਾਂ ਉਹ ਨੀਚੇ ਖੁੱਲ ਜੂਗੀ। ਇੱਥੋਂ ਈਅਰ ਸਿਲੈਕਟ ਕਰਨਾ ਆਪਾਂ, ਮੰਥ ਸਿਲੈਕਟ ਕਰਨਾ ਹੈ ਐਂਡ ਡੇਟ ਸਿਲੈਕਟ ਕਰਨੀ ਹੈ। ਤਾਂ 9 ਨਵੰਬਰ 1992 ਬਣ ਗਿਆ ਜੀ ਆਪਣਾ ਡੇਟ ਆਫ ਬਰਥ। ਹੁਣ ਆਟੋਮੈਟਿਕਲੀ ਹੁਣ ਜਦੋਂ ਆਪਾਂ ਇਹ ਵਾਲੀ ਡੇਟ ਆਫ ਬਰਥ ਭਰੀ, ਇਹਨੇ ਕਿਹਾ ਵੀ 1 ਜਨਵਰੀ 2020 ਨੂੰ ਏਜ ਹੈ 27। ਹੁਣ ਇਹ ਐਪਲੀਕੇਬਲ ਹੈਗੀ ਹੈ ਕਿ ਨਹੀਂ ਹੈਗੀ ਹੈ ਇਸ ਕੇਸ 'ਚ, ਇਹ ਤੁਹਾਨੂੰ ਇਸੇ ਲਈ ਇਹ ਮੈਂ ਮੈਂਸ਼ਨ ਕੀਤਾ ਕਿ ਆਟੋਮੈਟਿਕਲੀ ਇੱਥੇ ਨਾ ਏਜ ਕੈਲਕੂਲੇਟ ਹੋ ਜਾਂਦੀ ਹੈ। ਏਜ ਕੈਲਕੂਲੇਟਰ ਲੱਗਾ ਹੋਇਆ। ਹੁਣ 27 ਜੇ ਏਜ ਹੈ, ਇਹ ਤਾਂ ਮੇਰਾ ਏਜ ਲਿਮਿਟ ਤੋਂ ਬਾਹਰ ਹੋ ਗਿਆ। ਤਾਂ ਇਹ ਬੱਚਾ, ਇਹ ਜਿਹੜਾ ਆਪਾਂ ਸੈਂਪਲ ਫਾਰਮ ਭਰ ਰਹੇ ਸੀ, ਐਲੀਜੀਬਲ ਨਹੀਂ ਹੈਗਾ ਇਸ ਐਗਜ਼ਾਮ ਲਈ। ਤਾਂ ਤੁਸੀਂ ਬੇਸਿਕਲੀ ਮਤਲਬ 1993 ਵਾਲਾ ਜਿਹੜਾ ਹੈਗਾ ਉਹ ਐਲੀਜੀਬਲ ਹੋਊਗਾ। ਤਾਂ ਹੁਣ ਤੁਹਾਨੂੰ ਕਲੀਅਰ ਹੈ, ਏਜ ਆਪੇ ਆਟੋਮੈਟਿਕਲੀ ਆ ਜਾਊਗੀ। ਜੇ 26 ਆਈ ਤਾਂ ਤੁਸੀਂ ਐਲੀਜੀਬਲ ਹੋ, 26 ਤੋਂ ਨੀਚੇ ਆਈ ਤਾਂ ਐਲੀਜੀਬਲ ਹੋ, ਨਹੀਂ ਤਾਂ ਨਹੀਂ ਐਲੀਜੀਬਲ। ਤਾਂ ਲੈਟਸ ਸੇ 11 ਨਵੰਬਰ 1993 ਡੇਟ ਆਫ ਬਰਥ ਸੀ। ਹੁਣ ਏਜ ਆ ਗਈ ਆਟੋਮੈਟਿਕਲੀ 26। ਤਾਂ ਇਹ ਕੈਂਡੀਡੇਟ ਐਲੀਜੀਬਲ ਹੈ, ਫਾਰਮ ਭਰ ਸਕਦਾ ਹੈ। ਈਮੇਲ ਐਡਰੈਸ ਕੋਈ ਭਰ ਦਿੰਦੇ ਆ ਰੈਂਡਮ, simar12@gmail.com। ਇਹ ਅਸਲੀ ਈਮੇਲ ਆਈਡੀ ਨਹੀਂ ਹੈਗਾ, ਕਿਤੇ ਮੇਲ ਕਰਨ ਲੱਗ ਪਓ, ਕਿਸੇ ਨੂੰ ਨਹੀਂ ਆਊਗੀ ਇਹ ਮੇਲ। ਮੋਬਾਈਲ ਨੰਬਰ ਫਿਲ ਕਰਨਾ ਹੈ, ਕੋਈ ਰੈਂਡਮ ਮੋਬਾਈਲ ਨੰਬਰ ਹੈ। ਆਲਟਰਨੇਟ ਮੋਬਾਈਲ ਨੰਬਰ ਇਗਨੋਰ ਕਰਦੇ हैं। आईडी प्रूफ भरनी है। पहले आईडी प्रूफ का टाइप आधार कार्ड है, पैन कार्ड, इलैक्टर वोटर कार्ड है ਤੁਹਾਡੇ ਕੋਲੇ, ड्राइविंग लाइसेंस, पासपोर्ट, कोई भी ਜਿਹੜਾ ਵੀ आईडी कार्ड हैगा। लेट्स से आधार है, आधार नंबर फिल करना है ਜਿਹੜਾ ਤੁਹਾਡਾ आधार कार्ड ਤੇ नंबर लिखा ਹੋਇਆ है। लेट्स से ਇਹ ਵੀ ਕੋਈ रैंडम नंबर ही है। क्रिमिनल केस रजिस्टर्ड, भाई कोई केस कुछ पर्चा ਤਾਂ ਨਹੀਂ ਦਰਜ ਹੋਇਆ ਤੁਹਾਡੇ ਤੇ। नो
Have you ever been convicted by the criminal court? Let's say no. Already working as a government employee? Let's say no. But जे मान लो कोई government job च already हैगा, वो इत्थे जाके yes कर दूगा, date of joining भरनी है उन्हें, सर्विस ਦੀਆਂ डिटेल्स भरनी है कि ਕਿਹੜੇ ਡਿਪਾਰਟਮੈਂਟ 'ਚ ਹੈ, ਕਿੰਨੇ ਸਾਲ ਦੀ ਸਰਵਿਸ ਵਗੈਰਾ ਹੈ, ਐਂਡ ਕਿ ਉਹਨੇ ਆਫਿਸ ਜਾਂ ਡਿਪਾਰਟਮੈਂਟ ਨੂੰ ਇਨਫੋਰਮ ਕੀਤਾ ਹੈ ਜਾਂ ਨਹੀਂ. ਲੈਟਸ ਸੇ ਆਪਾਂ ਹਾਲ ਦੀ ਘੜੀ ਇੱਥੇ ਭਰ ਦਿੰਦੇ ਹਾਂ, ਲਾਈਕ ਨਾਟ ਵਰਕਿੰਗ ਐਜ਼ ਅ ਗਵਰਨਮੈਂਟ EMPLOYE, डिसमिस्ड फ्रॉम दी गवर्नमेंट सर्विस. तो ऑफकोर्स जो आप काम ही नहीं करते डिसमिस की करना है. एंड पंजाबी पास एट 10th लेवल और इक्वलेंट और नॉट, ये कंपलसरी है, जिन्हें की हुई है 10th वो ही अप्लाई कर सकता है. दैन एड्रैस वगैरह अपना फिल करना है, जो भी एड्रैस जिथे तुसी कॉरस्पोंडेंस चाहते हो, परमानेंट एड्रैस जोड़ा भी है तुहाडा, अकॉर्डिंगली तुसी वो भर सकते हो. डिस्ट्रिक्ट सिलेक्ट कर लेना है. चंडीगढ़ च लेट्स से इत्थे साहिबजादा अजीत सिंह नगर, पिन कोड भर देना अपना जो भी हैगा. इत्थे कॉरस्पोंडेंस एड्रैस है, मान लो आप सेम करता जो परमानेंट एड्रैस है वही अपना कॉरस्पोंडेंस एड्रैस है. हुण इत्थे आप एजुकेशनल क्वालिफिकेशन दी डिटेल्स भरनी है. वेरी इंपॉर्टेंट, ये थोड़ा जा सैक्शन आप ध्यान नाल फिल करना है, क्योंकि अगेन ਜਿਹੜਾ ਇਨਫੋਰਮੇਸ਼ਨ ਤੁਹਾਡੇ ਡਿਗਰੀ ਸਰਟੀਫਿਕੇਟ 'ਚ ਹੈ ਜਾਂ 10th ਜਾਂ 12th ਦੇ ਸਰਟੀਫਿਕੇਟ 'ਚ ਹੈ, ਉਹਦੇ ਅਕੋਰਡਿੰਗਲੀ ਬਿਲਕੁਲ ਪ੍ਰੀਸਾਈਜ਼, ਬਿਲਕੁਲ ਐਕੂਰੇਟ ਇਨਫੋਰਮੇਸ਼ਨ ਤੁਸੀਂ ਇੱਥੇ ਫਿਲ ਕਰਨੀ ਹੈ. 10th ਆਪਾਂ ਕਿਹੜੇ ਸਾਲ ਪਾਸ ਕੀਤੀ, ਰੈਂਡਮਲੀ ਲੈਟ ਅਸ ਸੇ 2009. बोर्ड ਕਿਹੜਾ ਜੀ, ਲੈਟ ਅਸ ਸੇ CBSE, कैपिटल 'ਚ ਲਿਖਾਂਗੇ ਆਪਾਂ ਇਹਨੂੰ. ਮਾਰਕਸ obtained ਲੈਟ ਅਸ ਸੇ, ਹੁਣ ਇਹ ਫਰਜ਼ੀ ਜਾਣਕਾਰੀ ਹੈ ਬਈ, ਤੁਸੀਂ ਆਪਦੇ ਸਹੀ ਭਰਨੇ ਹੈ. ਟੋਟਲ ਮਾਰਕਸ 500, परसेंटेज ऑटोमैटिकली उन्हें कैलकुलेट करती 70% है. डिग्री मोड मतलब आप रेगूलर किया, प्राइवेट किया, डिस्टेंस लर्निंग किया, रेगूलर. 12th पास आउट की है जी असी 2012 च. बोर्ड अगेन अपना CBSE. मार्क्स ऑब्टेन्ड है की पढ़ाई घट की है, 300 नंबर ही आए हैं 500 च. परसेंटेज बन गए 60, है भी रेगूलर मोड च. ग्रेजुएशन आप की है, नेम ऑफ एग्जामिनेशन BA की हुई है जी असी. ईयर ऑफ पासिंग 2015. बोर्ड या यूनिवर्सिटी का नाम कुरुक्षेत्र यूनिवर्सिटी है. KUPU नहीं लिखना है, पूरा लिखना है कुरुक्षेत्र यूनिवर्सिटी. मार्क्स ऑब्टेन्ड एतकी आए हैं साढ़े 960 मार्क्स आउट ऑफ 1200. परसेंटेज ऑटोमैटिकली इन्हें कैलकुलेट करती 80% बने हैं. दैन नीचे ऑटोमैटिकली इत्थे डिक्लेरेशन हैगी है. हुण फॉर्म उदों सबमिट होगा जो इत्थे तुसीं टिक मारोगे कि हाँ जी असी इस डिक्लेरेशन नाल एग्री करते हैं. आई सिमर डॉटर ऑफ मनु सिंह हेयर बाय डिक्लेयर जे आपदे होशो हवास च पढ़ के तुसीं साइन करने हैं. साइन करने मतलब क्लिक करना है इत्थे सेव, एंड तुहाडा फॉर्म फर्स्ट स्टैप ऑफ योर फॉर्म फिलिंग इज कंप्लीट विद दिस. ਹੁਣ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਇਮੇਜ ਵਗੈਰਾ ਸਿਗਨੇਚਰ ਆਪਣੀ ਪਾਸਪੋਰਟ ਸਾਈਜ਼ ਫੋਟੋ ਰੈਡੀ ਰੱਖਣੀ ਹੈ ਆਪਣੇ ਕੋਲ, ਕਿਉਂਕਿ ਫਾਰਮ 'ਚ ਆਪਾਂ ਨਾਲ ਅਟੈਚ ਕਰਨੀ ਹੈ. JPG PNG ਜਾਂ GIF ਫਾਰਮੈਟ 'ਚ ਹੀ ਹੋਣੀਆਂ ਚਾਹੀਦੀਆਂ. 100 KB 'ਚੋਂ ਸਾਈਜ਼ ਛੋਟਾ ਹੋਣਾ ਚਾਹੀਦਾ. ਹੁਣ ਉਹ ਇਸ ਫਾਰਮ 'ਤੇ ਜਦੋਂ ਆਪਾਂ ਉਹ ਫਾਰਮ ਡਿਟੇਲਸ ਵਾਲਾ ਰਜਿਸਟ੍ਰੇਸ਼ਨ ਡਿਟੇਲਸ ਆਪਾਂ ਸੇਵ ਕਰਤੀਆਂ ਤੇ ਹੁਣ ਆਪਣੇ ਤੋਂ ਉਹੀ ਡਾਕੂਮੈਂਟਸ ਵਗੈਰਾ ਮੰਗੂਗਾ. ਇੱਥੇ ਆਪਾਂ इमेज लानी है अपनी पासपोर्ट साइज फोटो की इत्थे लानी है. सिग्नेचर दी इमेज इत्थे आप अपलोड करनी है. यूज़र ID आधार कार्ड जिहड़ा भी DL लाया या वोटर ID कार्ड लाया उहदी भी एक इमेज आप इत्थे अपलोड करनी है. 10th क्लास की मार्कशीट इत्थे आप अटैच करनी है. और पंजाबी के सर्टिफिकेट की तरह भी वो डेवलप करती है. डेट ऑफ बर्थ का प्रूफ भी आपको उत्थों मिल जाता है. प्लस मार्क्स वगैरह भी जिहड़े आप फिल किए होंगे वो भी वेरीफाई हो जाते हैं. दैन अपना डिग्री का जिहड़ा क्वालीफाइंग एग्जामिनेशन है ग्रैजुएशन है वो भी मार्कशीट तुसीं इत्थे अप्लाई करनी है. हौली जिहड़ा एक एक करके तुसीं ये सारे डॉक्यूमेंट्स अटैच कर देने हैं, इत्थे अपलोड प्रेस करते रहना है. इस तरह तुहाडा फॉर्म कंप्लीटली सबमिट हो जाऊगा. इस स्टैप तो बाद फिर तुसीं 2 वर्किंग डेज का टाइम देना उन्हां नूं. तीजे वर्किंग डे जाके दोबारा तुसीं इस ही उस ते तुसीं फी वगैरह भर सकते हो एंड अपना फॉर्म तुहाडा उस तो बाद कंप्लीट मन्निया जाता है. तो दैट इज़ ऑल एज फार एज जिहड़ी मैं गल करनी सी तुहाडे नाल रिगार्डिंग गाइडेंस अबाउट फिलिंग दी फॉर्म ऑफ असिस्टेंट सुपरिटेंडेंट ऑफ जेल्स. आई होप ये वीडियो काफ़ी बच्चों को हैल्पफुल रही होगी जिन्होंने पहला ऑनलाइन फॉर्म वगैरह नहीं भरे हुए.
ਉਹ ਦੇਖ ਸਕਦੇ ਐਂਡ ਆਪਣਾ ਅਪਲਾਈ ਕਰ ਸਕਦੇ ਹੈ। ਥੋੜ੍ਹੇ ਦਿਨ ਰਹਿ ਗਏ, 7 ਦਸੰਬਰ ਲਾਸਟ ਡੇਟ ਹੈ ਇਸ ਐਗਜ਼ਾਮ ਦੇ ਫਾਰਮ ਨੂੰ ਭਰਨ ਦੀ। ਤਾਂ ਆਈ ਵੁੱਡ ਐਡਵਾਈਸ ਕਿ ਤੁਸੀਂ ਜਿਨ੍ਹਾਂ ਨੇ ਫਾਰਮ ਨਹੀਂ ਭਰੇ ਜਲਦੀ ਇਹ ਫਾਰਮ ਭਰੋ ਐਂਡ ਨੌਕਰੀਆਂ ਲਓ ਐਂਡ ਚੱਕ ਦਿਓ ਕੰਮ। ਆਲ ਦੀ ਬੈਸਟ ਫਰੋਮ ਮਾਈ ਸਾਈਡ, ਥੈਂਕ ਯੂ।